ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ USA ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ ਅਮਰੀਕਾ ਦੇ ਵਿੱਚ ਮੈਮੋਰੀਅਲ ਡੇ ਹੈ, ਮੈਮੋਰੀਅਲ ਡੇ ਮਨਾਇਆ ਜਾ ਰਿਹਾ। ਉਹਦੇ ਬਾਰੇ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਵੱਡਾ ਆਰਥਿਕ ਸੰਕਟ ਵਕਤੀ ਸਮੇਂ ਦੇ ਲਈ ਟਲ ਗਿਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਮਰੀਕਾ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਜਿਹੜੇ ਡਰੈਗ ਡਾਂਸਰ ਨੇ ਉਹਨਾਂ ਬਾਰੇ ਨਿਸ਼ਚਿਤਤਾ ਬਣੀ ਹੈ। ਡਰੈਗ ਡਾਂਸਰ ਕੌਣ ਨੇ ਅਤੇ ਕੀ ਗੱਲਬਾਤ ਅਨਸਰਟਨਟੀ ਕੀ ਹੈ, ਇਹ ਵੀ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਅਮਰੀਕਾ ਤੇ ਮੈਕਸੀਕੋ ਦੇ ਵਿੱਚ ਇੱਕ ਨਵੀਂ ਬਿਮਾਰੀ ਦੇ ਸੰਬੰਧ ਵਿੱਚ ਚਿੰਤਾ ਪੈਦਾ ਹੋ ਰਹੀ ਹੈ। ਬਿਮਾਰੀ ਕਿਹੜੀ ਹੈ ਅਤੇ ਕੀ ਗੱਲਬਾਤ ਆ, ਇਹਦੇ ਉੱਤੇ ਵੀ ਤੁਹਾਡੇ ਨਾਲ ਅੱਜ ਸਾਂਝ ਪਾਉਣੀ ਹੈ। ਸਭ ਤੋਂ ਪਹਿਲਾਂ ਅੱਜ ਦੇ ਦਿਨ ਬਾਰੇ ਗੱਲਬਾਤ। ਅੱਜ ਮੈਮੋਰੀਅਲ ਡੇ ਆ। ਅਮਰੀਕਾ ਦੇ ਵਿੱਚ ਛੁੱਟੀ ਹੁੰਦੀ ਹੈ ਸਾਰੇ ਅਮਰੀਕਾ ਦੇ ਵਿੱਚ। ਉਹਨਾਂ ਸ਼ਹੀਦਾਂ ਨੂੰ ਸਮਰਪਿਤ, ਉਹਨਾਂ ਨੂੰ ਯਾਦ ਕਰਨ ਦੇ ਲਈ, ਉਹਨਾਂ ਅੱਗੇ ਆਪਣਾ ਸਿਰ ਝੁਕਾਉਣ ਦੇ ਲਈ ਜਿਹੜੇ ਲੋਕ ਦੇਸ਼ ਦੀ ਸੇਵਾ ਕਰਦੇ ਕਰਦੇ ਸ਼ਹੀਦ ਹੋ ਗਏ ਆਰਮਡ ਫੋਰਸਿਸ ਦੇ ਵਿੱਚ। ਮਈ ਮਹੀਨੇ ਦੇ ਆਖਰੀ ਸੋਮਵਾਰ ਨੂੰ ਹਰ ਸਾਲ ਮੈਮੋਰੀਅਲ ਡੇ ਮਨਾਇਆ ਜਾਂਦਾ ਔਰ ਇਹ ਉਹ ਦਿਨ ਹੁੰਦਾ ਜਦੋਂ ਇਸ ਦੇਸ਼ ਦੇ ਲਈ ਜਾਨਾਂ ਦੇਣ ਵਾਲਿਆਂ ਨੂੰ ਯਾਦ ਕੀਤਾ ਜਾਂਦਾ। ਆਪਣੀ ਸ਼ਰਧਾਂਜਲੀ ਉਹਨਾਂ ਲੋਕਾਂ ਨੂੰ ਭੇਟ ਕੀਤੀ ਜਾਂਦੀ ਆ ਜਿਨ੍ਹਾਂ ਨੇ ਸੈਕਰੀਫਾਈਸ ਕੀਤਾ, ਆਪਣੀ ਜਾਨ ਇਸ ਦੇਸ਼ ਲਈ ਦਿੱਤੀ। ਅਮਰੀਕਾ ਦੁਨੀਆ ਦਾ ਇੱਕ ਨੰਬਰ ਦਾ ਦੇਸ਼ ਆ ਅਤੇ ਇਹ ਬਹੁਤ ਇੱਕ ਕਿਸਮਤ ਵਾਲੀ ਗੱਲ ਆ ਕਿ ਜਿਹੜੇ ਲੋਕ ਅਮਰੀਕਾ ਦੇ ਵਿੱਚ ਇਸ ਵੇਲੇ ਰਹਿ ਰਹੇ ਆ, ਕਿੰਨੇ ਬਿਲੀਅਨ ਪਾਪੂਲੇਸ਼ਨ ਆ ਦੁਨੀਆ ਦੀ, ਉਹਨਾਂ ਸਾਰਿਆਂ ਦਾ ਸੁਪਨਾ ਆ ਕਿ ਜਾਂ ਤਾਂ ਅਮਰੀਕਾ ਦੇ ਵਿੱਚ ਵਸਣ ਜਾਂ ਉਹਨਾਂ ਦਾ ਦੇਸ਼ ਅਮਰੀਕਾ ਵਰਗਾ ਬਣ ਜਾਵੇ, ਦੁਨੀਆ ਦੀ ਇੱਕ ਨੰਬਰ ਦੀ ਤਾਕਤ ਬਣ ਜਾਵੇ। ਪਰ ਅਮਰੀਕਾ ਵਾਸੀ ਇਸ ਵੇਲੇ ਬਹੁਤ ਕਿਸਮਤ ਵਾਲੇ ਨੇ ਕਿ ਉਹ ਅਮਰੀਕਾ ਦੇ ਵਿੱਚ ਰਹਿ ਰਹੇ ਨੇ, ਉਸ ਦੁਨੀਆ ਦੇ ਮਹਾਨ ਦੇਸ਼ ਦੇ ਵਿੱਚ ਰਹਿ ਰਹੇ ਨੇ। ਅਤੇ ਅੱਜ ਮੈਮੋਰੀਅਲ ਡੇ ਦੇ ਉੱਤੇ ਜਿੱਥੇ ਲੋਕ ਬਾਹਰ ਜਾਂਦੇ ਆ, ਟਰੈਵਲ ਕਰਦੇ ਆ, ਘੁੰਮਦੇ ਫਿਰਦੇ ਆ, ਉੱਥੇ ਜਿਹੜਾ ਇਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਨਾ ਚਾਹੀਦਾ। ਉਹਨਾਂ ਲੋਕਾਂ ਦੇ ਲਈ ਵੀ ਸਿਰ ਝੁਕਾਉਣਾ ਚਾਹੀਦਾ ਜਿਨ੍ਹਾਂ ਦੇ ਕਰਕੇ ਅਮਰੀਕਾ ਅੱਜ ਅਮਰੀਕਾ ਆ। ਕਿੰਨੀਆਂ ਬਹੁਤ ਸਾਰੀਆਂ ਐਕਟੀਵਿਟੀ ਅੱਜ ਦੇ ਦਿਨ ਦੇ ਉੱਤੇ ਕੀਤੀਆਂ ਜਾਂਦੀਆਂ। ਜਿਹੜੇ ਸਮੈਟਰੀਜ਼ 'ਤੇ ਲੋਕ ਉੱਥੇ ਜਾ ਕੇ ਆਮ ਤੌਰ ਦੇ ਉੱਤੇ ਇਹ ਪੁਰਾਣੀ ਕਰਵਾਇਤ ਆ, ਇਹਨਾਂ ਸਮੈਟਰੀਜ਼ ਦੇ ਉੱਤੇ ਜਾਂਦੇ ਆ ਫੁੱਲ ਲੈ ਕੇ। ਫੁੱਲ ਉਹਨਾਂ ਦੀ ਉਹ ਜਿਹੜੀਆਂ ਗਰੇਵਜ਼ ਨੇ, ਕਬਰਾਂ ਨੇ ਉਹਨਾਂ ਸੋਲਜਰਸ ਦੀਆਂ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਆ, ਉਹਨਾਂ ਦੇ ਉੱਤੇ ਜਾ ਕੇ ਉਹ ਰੱਖਦੇ ਆ ਫੁੱਲ, ਉਹਨਾਂ ਨੂੰ ਆਪਣੇ ਸ਼ਰਧਾ ਭੇਟ ਕਰਦੇ ਆ, ਸਿਰ ਝੁਕਾਉਂਦੇ ਆ। ਦਰਅਸਲ ਇਹ ਉਹਨਾਂ ਨੂੰ ਇੱਕ ਰਿਸਪੈਕਟ ਦੇਣ ਦੇ ਵੱਖਰੇ ਵੱਖਰੇ ਤਰੀਕੇ ਆ। ਉਹ ਰਿਸਪੈਕਟ ਜਿਹੜਾ ਗ੍ਰੈਟੀਟਿਊਡ ਦਿਖਾਉਣਾ ਉਹਨਾਂ ਦੀ ਜਿਹੜੀ ਉਹਨਾਂ ਨੇ ਸੈਕਰੀਫਾਈਸ ਕੀਤਾ ਉਹ ਸਾਰੇ ਦੇ ਲਈ, ਮਿਲਟਰੀ ਪਰਸੋਨਲ ਦੇ ਲਈ, ਉਹਨਾਂ ਨੂੰ ਅਕਨੋਲੇਜ ਕਰਨਾ ਉਸ ਚੀਜ਼ ਨੂੰ ਕਿ ਇਹਨਾਂ ਨੇ ਦੇਸ਼ ਦੇ ਲਈ ਜਾਨ ਵਾਰੀ ਆ। ਮੈਮੋਰੀਅਲ ਸਰਵਿਸਿਜ਼ ਪਰੇਡਸ ਹੁੰਦੀਆਂ ਇਸ ਦਿਨ, ਕਮਿਊਨਿਟੀ ਈਵੈਂਟਸ ਹੁੰਦੇ ਆ ਪੂਰੇ ਦੇਸ਼ ਦੇ ਵਿੱਚ। ਅਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਇਕੱਠ ਹੁੰਦੇ ਆ ਕਈ ਥਾਵਾਂ ਦੇ ਉੱਤੇ, ਕਮਿਊਨਿਟੀਜ਼ ਦੇ ਵਿੱਚ ਉਹ ਇਕੱਠੀਆਂ ਹੁੰਦੀਆਂ ਅਤੇ ਉੱਥੇ ਜਿਹੜੀਆਂ ਉਹਨਾਂ ਦੇ ਹੀਰੋਜ਼ ਨੇ ਉਹਨਾਂ ਨੂੰ ਉਹ ਯਾਦ ਕਰਦੇ ਆ। ਲੋਕਲ ਵੈਟਰਨ ਆਰਗੇਨਾਈਜੇਸ਼ਨਸ, ਕਮਿਊਨਿਟੀ ਗਰੁੱਪਸ, ਮਿਲਟਰੀ ਪਰਸੋਨਲ ਆਮ ਤੌਰ ਦੇ ਉੱਤੇ ਪਾਰਟੀਸਪੇਟ ਕਰਦੇ ਆ ਇਹਨਾਂ ਈਵੈਂਟਸ ਦੇ ਵਿੱਚ। ਅਤੇ ਉੱਥੇ ਫਿਰ ਜਿੱਦਾਂ ਕਿ ਤੁਹਾਨੂੰ ਪਤਾ ਕਿ ਪੈਟਰੀਓਟਿਕ ਮਿਊਜ਼ਿਕ ਹੁੰਦਾ, ਦੇਸ਼ ਭਗਤੀ ਦਾ ਗੀਤ ਸੰਗੀਤ ਹੁੰਦਾ, ਉੱਥੇ ਭਾਸ਼ਣ ਹੁੰਦੇ ਆ, ਉੱਥੇ ਪ੍ਰੈਜੈਂਟੇਸ਼ਨਸ ਹੁੰਦੀਆਂ ਜਿਨ੍ਹਾਂ ਵਿੱਚ ਜਿਹੜੇ ਅਮਰੀਕਾ ਦੇ ਕਲਚਰ ਬਾਰੇ, ਅਮਰੀਕਾ ਦੀ ਟ੍ਰੈਡੀਸ਼ਨ ਬਾਰੇ, ਅਮਰੀਕਾ ਦੀ ਹਿਸਟਰੀ ਬਾਰੇ, ਇਹਨਾਂ ਦੀਆਂ ਲੜਾਈਆਂ ਬਾਰੇ ਸਾਰਾ ਕੁਝ ਦੱਸਿਆ ਜਾਂਦਾ। ਇਸੇ ਤਰ੍ਹਾਂ ਪਰਿਵਾਰ ਜਿਹੜੇ ਨੇ ਮੈਮੋਰੀਅਲ ਡੇ ਵੱਖਰੇ ਤਰੀਕੇ ਨਾਲ ਵੀ ਮਨਾਉਂਦੇ ਆ, ਉਹਨਾਂ ਦਾ ਆਪਣਾ ਢੰਗ ਆ ਹਰ ਇੱਕ ਪਰਿਵਾਰ ਦਾ ਇਹਨੂੰ ਉਸ ਤਰੀਕੇ ਦੇ ਨਾਲ ਮਨਾਉਣ ਦਾ। ਕੁਛ ਜਿਹੜੇ ਉਹ ਇਸ ਯਾਦ ਦੇ ਵਿੱਚ ਵਿਜ਼ਿਟ ਕਰਦੇ ਆ, ਜਿਹੜੇ ਕਿਸੇ ਦੇ ਆਪਣੇ ਕੋਈ ਰਿਸ਼ਤੇਦਾਰ ਜਾਂ ਕੋਈ ਨੇੜੇ ਤੇੜੇ ਹੁੰਦੇ ਆ, ਜਾਂ ਜਿਹੜੇ ਮਿਲਟਰੀ ਵਾਲੇ ਆ ਉਹਨਾਂ ਦੀਆਂ ਸਟੋਰੀਜ਼ ਜਾਂ ਮੈਮੋਰੀਜ਼ ਹੈਗੀਆਂ ਉਹਨਾਂ ਨੂੰ ਯਾਦ ਕਰਦੇ ਆ। ਵੈਲਿਊਜ਼ ਕੀ ਆ ਅਮਰੀਕਾ ਦੀਆਂ, ਉਹਨਾਂ ਨੂੰ ਕਿੱਦਾਂ ਪ੍ਰੋਟੈਕਟ ਕੀਤਾ ਜਾ ਸਕਦਾ ਆ। ਇਸ ਦਿਨ ਪਿਕਨਿਕਸ ਬਹੁਤ ਹੁੰਦੀਆਂ, ਬਾਰਬੀਕਿਊਜ਼ ਹੁੰਦੇ ਆ, ਆਊਟਡੋਰ ਰੀਕ੍ਰੀਏਸ਼ਨਲ ਐਕਟੀਵਿਟੀਜ਼ ਹੁੰਦੀਆਂ। ਮੈਮੋਰੀਅਲ ਡੇ ਉਹਨਾਂ ਨੂੰ ਯਾਦ ਕਰਨ ਦਾ ਮਹੱਤਵਪੂਰਨ ਦਿਨ ਹੁੰਦਾ ਆ, ਪਰ ਇਹਨੂੰ ਵੈਟਰਨ ਡੇ ਤੋਂ ਵੱਖਰਾ ਹੁੰਦਾ ਹੈ। ਵੈਟਰਨ ਡੇ ਦੇ ਵਿੱਚ ਸਾਰੇ ਵੈਟਰਨਸ ਨੂੰ ਆਨਰ ਕੀਤਾ ਜਾਂਦਾ ਆ ਜਿਹੜੇ ਮਤਲਬ ਇਸ ਵੇਲੇ ਵੀ ਹੈਗੇ ਆ, ਮਤਲਬ ਜਿਨ੍ਹਾਂ ਨੇ ਸੇਵਾ ਕੀਤੀ ਦੇਸ਼ ਦੇ ਲਈ ਇਸ ਵੇਲੇ ਹੈਗੇ ਨੇ, ਤਾਂ ਜਾਂ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ ਨੇ। ਨਵੰਬਰ 11 ਨੂੰ ਜਿਹੜਾ ਇਹ ਉਸ ਤਰੀਕੇ ਨਾਲ ਕੀਤਾ ਜਾਂਦਾ। ਜਿਹੜਾ ਮੈਮੋਰੀਅਲ ਡੇ ਆ ਇਹ ਸਪੈਸੀਫਿਕਲੀ ਫੋਕਸ ਹੁੰਦਾ ਆ ਉਹਨਾਂ ਦੇ ਉੱਤੇ ਜਿਹੜੇ ਇਸ ਵੇਲੇ ਇਸ ਦੁਨੀਆ ਦੇ ਉੱਤੇ ਨਹੀਂ ਹੈ ਅਤੇ ਉਹਨਾਂ ਨੇ ਦੇਸ਼ ਦੇ ਲਈ ਆਪਣੀ ਜਾਨ ਵਾਰੀ ਹੈ। ਇਸ ਸਾਰੇ ਕੁਛ ਦੇ ਵਿੱਚ ਜਿਹੜਾ ਮੈਮੋਰੀਅਲ ਡੇ ਆ ਇਹ ਬਹੁਤ ਲੰਬੇ ਸਮੇਂ ਤੋਂ ਐਸੇ ਤਰੀਕੇ ਨਾਲ ਜਿਹੜਾ ਕੀਤਾ ਜਾ ਰਿਹਾ ਹੈ। ਫੰਡਾਮੈਂਟਲ ਪਰਪਸ ਇਹਦਾ ਇਸ ਛੁੱਟੀ ਦਾ ਆ ਕਿ ਆਨਰ ਕਰਨਾ, ਉਹਨਾਂ ਲੋਕਾਂ ਨੂੰ ਯਾਦ ਕਰਨਾ, ਉਹਨਾਂ ਸੋਲਜਰਸ ਨੂੰ ਜਿਨ੍ਹਾਂ ਨੇ ਦੇਸ਼ ਦੇ ਲਈ ਜਾਨ ਦਿੱਤੀ ਹੈ। ਔਰ ਇਹਦੀ ਜਿਹੜੀ ਇਨਫੋਰਮੇਸ਼ਨ ਆ ਉਹਦੇ ਹਿਸਾਬ ਦੇ ਨਾਲ ਜਿਹੜੀ ਦਿੱਤੀ ਜਾਂਦੀ ਆ ਸਪੈਸੀਫਿਕ ਈਵੈਂਟਸ ਜਿਹੜੇ ਆ ਇਸ ਦਿਨ ਦੇ ਉੱਤੇ, ਅਤੇ ਇਹਦੇ ਨਾਲ ਹੀ
ਜਿਹੜੇ ਝੰਡੇ ਹੁੰਦੇ ਆ ਉਹ ਵੀ ਅੱਧੇ ਝੁਕੇ ਹੁੰਦੇ, ਅੱਧੇ ਦਿਨ ਤੱਕ ਉਹਨਾਂ ਸਾਰਿਆਂ ਨੂੰ ਯਾਦ ਕਰਨ ਦੇ ਲਈ। ਦੇਸ਼ ਦੇ ਵਿੱਚ ਵੱਖਰੇ ਵੱਖਰੇ ਅਰਥ ਹੁੰਦੇ ਆ, ਕੰਮ ਦੇ ਉੱਤੇ, ਸਕੂਲਾਂ ਦੇ ਉੱਤੇ ਛੁੱਟੀ। ਪਹਿਲਾਂ ਐਡਵਾਈਜ਼ਰੀਜ਼ ਵੀ ਜਾਰੀ ਕੀਤੀਆਂ ਗਈਆਂ ਵੀ ਇਸ ਵੀਕਐਂਡ ਦੇ ਉੱਤੇ ਟਰੈਵਲ ਬਹੁਤ ਲੋਕ ਕਰਦੇ ਆ, ਅਤੇ ਕਿਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ, ਕਿਉਂਕਿ ਫੈਡਰਲ ਹੌਲੀਡੇ ਹੁੰਦੀ ਆ ਅਤੇ ਜਿਹੜੇ ਖਾਸ ਕਰਕੇ ਜਿਹੜੇ ਰੈਗੂਲਰ ਆਵਰਸ ਦੇ ਅੰਡਰ ਕੰਮ ਕਰਦੇ ਆ। ਔਰ ਇਸ ਦਿਨ ਸਵਾਲ ਇਹ ਵੀ ਹੁੰਦਾ ਕਿ ਕਿਹੜੀਆਂ ਚੀਜ਼ਾਂ ਕਿਉਂਕਿ ਲੋਕ ਅੱਜ ਕੱਲ੍ਹ ਸਵਾਲ ਜਿਹੜਾ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਖੁੱਲ੍ਹੀਆਂ ਅਤੇ ਕਿਹੜੀਆਂ ਬੰਦ ਆ। ਇਸ ਦਿਨ ਬਹੁਤੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਸਟੋਰ ਬੰਦ ਹੁੰਦੇ ਆ, ਜਿਹੜੇ ਆਮ ਤੌਰ ਦੇ ਉੱਤੇ ਬੰਦ ਆਮ ਹਾਲਤਾਂ ਦੇ ਵਿੱਚ ਨਹੀਂ ਹੁੰਦੇ। ਉਹ ਇਸ ਦਿਨ ਦੇ ਉੱਤੇ ਬਹੁਤੇ ਸਟੋਰ ਵੀ ਬੰਦ, ਜਿਵੇਂ ਗਰੋਸਰੀ ਸਟੋਰਸ ਨੇ ਲਿਮਟਿਡ ਆਵਰਸ ਦੇ ਉੱਤੇ ਮੈਮੋਰੀਅਲ ਡੇ ਦੇ ਉੱਤੇ ਆਪਰੇਟ ਕਰਦੇ ਆ। ਇਸੇ ਤਰ੍ਹਾਂ ਹੀ ਜਿਹੜੀਆਂ ਦੂਜੀਆਂ ਚੀਜ਼ਾਂ ਨੇ, ਜਿਹੜੇ ਸਟੋਰ ਹੈਗੇ ਆ ਉਹ ਨਾਰਮਲ ਜਾਂ ਜਿਹੜੇ ਕੁਛ ਹੋਰ ਸਟੋਰ ਨੇ ਜਿਵੇਂ ਵੇਅਰ ਹਾਊਸਿਸ ਨੇ ਮੈਮੋਰੀਅਲ ਡੇ ਦੇ ਉੱਤੇ, ਉਹ ਕਈ ਵਾਰੀ ਬੰਦ ਹੁੰਦੇ ਆ। ਜਿਵੇਂ ਕੋਸਟਕੋ ਆ, ਉਹ ਮੈਮੋਰੀਅਲ ਡੇ ਦੇ ਉੱਤੇ ਬੰਦ ਹੁੰਦਾ ਆ। ਹੋਰ ਵੀ ਬਹੁਤ ਸਾਰੇ ਸਟੋਰ ਨੇ, ਵਾਲਮਾਰਟ ਆ, ਵਾਲਮਾਰਟ ਬਹੁਤ ਥੋੜ੍ਹੀਆਂ ਜਿਹੀਆਂ ਲੋਕੇਸ਼ਨਸ ਦੇ ਉੱਤੇ ਜਿਹੜਾ ਖੁੱਲ੍ਹਾ ਹੁੰਦਾ ਆ। ਟਾਰਗੇਟ ਸਟੋਰ ਅਮਰੀਕਾ ਦਾ, ਉਹ ਵੀ ਜਿਹੜੀਆਂ ਨਾਰਮਲ ਆਵਰਸ ਦੇ ਅੰਡਰ ਟਾਰਗੇਟ ਖੁੱਲ੍ਹਾ ਹੁੰਦਾ ਆ। ਲੋਕਾਂ ਦੇ ਸਵਾਲ ਜਿਹੜੇ ਬਹੁਤ ਸਾਰੇ ਇਹਦੇ ਬਾਰੇ ਹੁੰਦੇ ਕਿ ਕਿਹੜੇ ਸਟੋਰ ਖੁੱਲ੍ਹੇ ਆ, ਕਿੱਥੇ ਬੰਦ ਆ। ਮੈਮੋਰੀਅਲ ਡੇ ਜਿੱਥੇ ਲੋਕ ਬਾਹਰ ਅੰਦਰ ਜਾਂਦੇ ਆ, ਘੁੰਮਦੇ ਫਿਰਦੇ ਆ, ਪਿਕਨਿਕ, ਬਾਰਬੀਕਿਊਜ਼, ਹੋਰ ਬਾਕੀ ਕੰਮ ਕਰਦੇ ਆ, ਛੁੱਟੀ ਮਨਾਉਂਦੇ ਆ, ਉੱਥੇ ਅਮਰੀਕਾ ਜਿਨ੍ਹਾਂ ਕਰਕੇ ਅੱਜ ਇੱਦਾਂ ਦਾ ਅਮਰੀਕਾ ਆ, ਉਹਨਾਂ ਨੂੰ ਯਾਦ ਵੀ ਅੱਜ ਦੇ ਦਿਨ ਕੀਤਾ ਜਾਂਦਾ। ਅਗਲੀ ਗੱਲਬਾਤ ਅਮਰੀਕਾ ਦੇ ਆਰਥਿਕ ਸੰਕਟ ਦੇ ਬਾਰੇ ਬਹੁਤ ਲੰਬੇ ਸਮੇਂ ਤੋਂ ਅਸੀਂ ਗੱਲਬਾਤ ਕਰਦੇ ਆਏ ਹਾਂ। 5 ਜੂਨ ਦਾ ਦਿਨ ਨੇੜੇ ਆ ਰਿਹਾ ਅਤੇ 5 ਜੂਨ ਨੂੰ ਜਿਹੜਾ ਇਹਨਾਂ ਦੀ ਡੈਟ ਲਿਮਿਟ ਜੇ ਵਧਾਈ ਨਾ ਗਈ ਜਾਂ ਸਸਪੈਂਡ ਨਾ ਕੀਤੀ ਗਈ ਤਾਂ ਅਮਰੀਕਾ ਆਰਥਿਕ ਸੰਕਟ ਦੇ ਵਿੱਚ ਆ ਜਾਊਗਾ। ਉਹਦੇ ਬਾਰੇ ਹੁਣ ਪਤਾ ਇਹ ਲੱਗਿਆ ਕਿ ਇੱਕ ਡੀਲ ਦੇ ਉੱਤੇ ਡੈਮੋਕ੍ਰੈਟਸ ਅਤੇ ਰਿਪਬਲਿਕ ਨੈਗੋਸ਼ੀਏਸ਼ਨ ਦੇ ਥਰੂ ਪਹੁੰਚ ਗਏ ਆ, ਜਿਹਦੇ ਤਹਿਤ ਉਹਨਾਂ ਨੇ ਜਿਹੜੀ ਉਹ ਡੈਟ ਲਿਮਿਟ ਸੀ ਉਹਨੂੰ ਵਧਾਇਆ ਤਾਂ ਨਹੀਂ, ਪਰ ਉਹਨੂੰ ਸਸਪੈਂਡ ਕਰ ਦਿੱਤਾ। ਸੋ ਸ਼ਨੀਵਾਰ ਵੀ ਗੱਲਬਾਤ ਹੋਈ ਸੀ, ਐਤਵਾਰ ਕੱਲ੍ਹ ਰਾਤੀ ਇਹ ਗੱਲਬਾਤ ਹੋਈ ਆ, ਅਤੇ ਇਹਦੇ ਨਾਲ ਫੈਡਰਲ ਸਰਕਾਰ ਜਦੋਂ ਇਹਦੀ ਹਜੇ ਅਪਰੂਵਲ ਮਿਲਣੀ ਹੈ, ਜਦੋਂ ਅਪਰੂਵ ਹੋ ਗਈ ਤਾਂ ਫੈਡਰਲ ਸਰਕਾਰ ਜਿਹੜੀ ਆ ਮਨੀ ਬੋਰੋ ਕਰ ਸਕਦੀ ਆ ਅਗਲੀਆਂ ਇਲੈਕਸ਼ਨ ਤੱਕ, ਜਿਹੜੀਆਂ ਨਵੰਬਰ 2024 ਨੂੰ ਹੋਣੀਆਂ ਆ। ਸੋ 2024 ਤੱਕ ਫੈਡਰਲ ਸਰਕਾਰ ਮਨੀ ਬੋਰੋ ਕਰ ਸਕਦੀ ਆ, ਅਤੇ ਉਹ ਮਨੀ ਬੋਰੋ ਕਰਕੇ ਅੱਗਿਓਂ ਫਿਰ ਜਿਹੜੇ ਇਹਨਾਂ ਦੇ ਖਰਚੇ ਆ ਉਹ ਕਰ ਸਕਦੇ ਆ। ਇਸ ਬਿੱਲ ਦੇ ਉੱਤੇ ਵੋਟਿੰਗ ਜਿਹਦੀ ਟੈਕਸਟ ਉਹਦੇ ਕੰਗਰੈਸ਼ਨਲ ਵੈਬਸਾਈਟ ਆ ਉਹਦੇ ਉੱਤੇ ਪਾ ਦਿੱਤੀ ਗਈ ਆ। ਇਹ ਐਸੇ ਹਫਤੇ ਦੇ ਵਿੱਚ ਹਾਊਸ ਅਤੇ ਸੈਨੇਟ ਦੋਵਾਂ ਦੇ ਵਿੱਚ ਹੋਣੀ ਹੈ। ਇਹਦੀਆਂ ਹਾਈਲਾਈਟਸ ਕੀ ਆ ਜਿਹੜੀਆਂ ਇਹ ਸਾਰਾ ਕੁਝ ਹੋਇਆ? ਡੈਟ ਸੀਲਿੰਗ ਸਸਪੈਂਡ ਕਰ ਦੇਣੀ 2025 ਤੱਕ, ਅਤੇ US ਕਾਂਗਰਸ ਜਿਹੜੀ ਹੈ ਇਹਦੇ ਉੱਤੇ ਵੋਟ ਕਰੂਗੀ ਇਹਨੂੰ ਰੇਜ਼ ਕਰਨ ਦੇ ਲਈ ਜਾਂ ਸਸਪੈਂਡ ਕਰਨ ਦੇ ਲਈ, ਤਾਂ ਕਿ ਸਰਕਾਰ ਹੋਰ ਜ਼ਿਆਦਾ ਮਨੀ ਬੋਰੋ ਕਰ ਸਕੇ। 31.4 ਟ੍ਰਿਲੀਅਨ ਤੋਂ ਬਾਅਦ, ਸੋ $31 ਟ੍ਰਿਲੀਅਨ ਤੋਂ ਬਾਅਦ ਜਿੰਨੀ ਮਨੀ ਚਾਹੀਦੀ ਆ ਉਹਨੂੰ ਇਹਦੇ ਤੋਂ ਬੋਰੋ ਕਰ ਸਕੇ। ਇਹਦੇ ਵਿੱਚ ਇਹ ਮਨੀ ਬੋਰੋ ਕਰਕੇ ਲੈ ਕੇ ਕਰਨਾ ਕੀ ਆ? ਉਹਨਾਂ ਨੇ ਜਿਹੜੇ ਉਹਨਾਂ ਦੇ ਮੁਲਾਜ਼ਮ ਨੇ, ਮਿਲਟਰੀ ਵਾਲੇ ਨੇ, ਸੋਸ਼ਲ ਸਿਕਿਉਰਿਟੀ ਆ, ਮੈਡੀਕੇਅਰ ਆ, ਇਹਨਾਂ ਸਾਰਿਆਂ ਨੂੰ ਜਿਹੜੇ ਉਹਨਾਂ ਨੇ ਪੇ ਕਰਨਾ ਆ, ਸਾਰੇ ਪੈਸੇ ਦੇਣੇ ਆ, ਅਤੇ ਜਿਹੜੇ ਟੈਕਸ ਰਿਫੰਡ ਆ ਉਹ ਸਾਰੇ ਦੇ ਸਾਰੇ ਵਾਪਸ ਕਰਨੇ ਆ। ਪਿਛਲੇ ਸਾਲਾਂ ਦੇ ਵਿੱਚ ਹੋਇਆ ਕੀ ਆ ਕਿ ਇਹ ਥੋੜ੍ਹਾ ਜਿਹਾ ਔਖਾ ਹੋ ਗਿਆ ਆ ਦੋਵਾਂ ਸਾਈਡਸ ਤੋਂ ਉੱਤੋਂ, ਜੇਕਰ ਦੋਵੇਂ ਸਾਈਡਸ ਇਹਨਾਂ ਟਰਮ ਦੇ ਉੱਤੇ ਸਹਿਮਤ ਨਹੀਂ ਹੁੰਦੀਆਂ, ਰਿਪਬਲਿਕਨ ਅਤੇ ਡੈਮੋਕ੍ਰੈਟ ਦੀ ਸਰਕਾਰ ਆ, ਹਾਊਸ 'ਚ ਮੈਜੋਰਿਟੀ ਰਿਪਬਲਿਕਨ ਦੀ ਆ। ਐਤਵਾਰ ਨੂੰ ਡੀਲ ਦੋਵਾਂ ਦੇ ਵਿੱਚ ਇੱਕ ਥਾਂ ਦੇ ਉੱਤੇ ਪਹੁੰਚੀ ਆ ਕਿ ਅਸੀਂ ਇਹਨੂੰ ਲਿਮਿਟ ਨੂੰ ਰੇਸ ਨਹੀਂ ਕਰਾਂਗੇ ਇੱਕ ਲੈਵਲ ਦੇ ਉੱਤੇ, ਬਟ ਸਸਪੈਂਡ ਕਰ ਦਿਆਂਗੇ, ਇੰਟਾਇਰਲੀ ਸਸਪੈਂਡ ਕਰ ਦਿਆਂਗੇ 2025 ਤੱਕ। ਇਹਦੇ ਨਾਲ ਹੋਊਗਾ ਕੀ ਕਿ ਜਿਹੜੀ ਡੇਟ ਜਦੋਂ ਤੱਕ ਆਉਂਦੀ ਆ ਅਗਲੀ ਜਿਹੜੀ ਇਹਨਾਂ ਦੀ ਕਰਨ ਦੇ ਲਈ, ਉਦੋਂ ਤੱਕ ਇੰਟਰਫੀਅਰ ਨਹੀਂ ਕੀਤੀ ਜਾਊਗੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੱਕ। ਅਤੇ ਬਾਕੀ ਜਿਹੜੀ ਸਾਰਾ ਕੁਛ ਹੈਗਾ ਹੁਣ ਇਹਦੇ ਨਾਲ ਹੋਇਆ ਕਿ ਜਦੋਂ ਅਮਰੀਕਾ ਦੇ ਵਿੱਚ ਇਹ ਅਨਾਊਂਸਮੈਂਟ ਆਉਂਦੀ ਹੈ ਤਾਂ ਪੂਰੀ ਦੁਨੀਆ ਨੂੰ ਸੁੱਖ ਦਾ ਸਾਹ ਆਉਂਦਾ, ਕਿਉਂਕਿ ਜਿਹੜੀ ਡੀਲ ਇਹ ਸਾਈਨ ਹੋ ਜਾਣੀ ਆ ਤਾਂ ਅਮਰੀਕਾ ਜਿਹੜਾ ਆ ਉਹਦਾ ਇੱਕ ਗਲੋਬਲ ਇੰਪੈਕਟ ਹੋਣਾ ਸੀ, ਸਪੈਂਡਿੰਗ ਦੇ ਉੱਤੇ ਕੈਪ ਪਰ ਡਿਫੈਂਸ ਦੇ ਉੱਤੇ। ਰਿਪਬਲਿਕਨ ਜਿਹੜੇ ਚਾਹੁੰਦੇ ਆ ਕਿ ਓਵਰਆਲ ਸਪੈਂਡਿੰਗ 10 ਸਾਲਾਂ ਦੇ ਲਈ ਫਰੀਜ਼ ਕਰ ਦਿੱਤੀ ਜਾਵੇ,
ਤੇ ਡਿਫੈਂਸ ਸਪੈਂਡਿੰਗ ਤੇ ਜਿਹੜੇ ਬਜਟਸ ਆ ਉਹਨੂੰ ਪਾਸੇ ਰੱਖਿਆ ਜਾਵੇ। ਐਗਰੀਮੈਂਟ ਦੇ ਨਾਲ ਜਿਹੜਾ ਨੌਨ ਡਿਫੈਂਸ ਸਪੈਂਡਿੰਗ ਆ ਫਲੈਟ ਅਗਲੇ ਸਾਲ ਦੇ ਲਈ 1% ਵਧੀ ਆ 2025 ਦੇ ਵਿੱਚ, ਤੇ ਇੰਪਲੀਕੇਸ਼ਨ ਜਿਹੜੀਆਂ ਇਹਦੀਆਂ ਹੈਗੀਆਂ ਉਹ ਦੂਜੇ ਤਰੀਕੇ ਨਾਲ ਦੇਖੀਆਂ ਜਾ ਰਹੀਆਂ। ਡਿਫੈਂਸ ਸਪੈਂਡਿੰਗ ਵਧੂਗੀ 886 ਬਿਲੀਅਨ ਡਾਲਰ, ਜਿਹੜੀ ਅਮਾਊਂਟ ਦਾ ਹਿਸਾਬ ਮਤਲਬ ਸਾਲ ਦੇ ਵਿੱਚ 3% ਵਾਧਾ ਇਹ 886 ਬਿਲੀਅਨ ਡਾਲਰ ਦਾ ਮੰਨਿਆ ਜਾ ਰਿਹਾ, ਤੇ 25 ਤੋਂ ਬਾਅਦ ਕੋਈ ਵੀ ਇਹਦੇ ਉੱਤੇ ਕੈਪ ਨਹੀਂ ਹੋਊਗੀ। ਵਾਈਟ ਹਾਊਸ ਇੱਕ ਅੰਦਾਜ਼ਾ ਲਾ ਰਿਹਾ ਕਿ ਸਰਕਾਰ ਘੱਟੋ ਘੱਟ ਇਹਦੇ ਨਾਲ 1 ਟ੍ਰਿਲੀਅਨ ਰਿਡਿਊਸ ਕਰ ਲਊਗੀ, ਤੇ ਅਫੀਸ਼ੀਅਲ ਕੈਲਕੂਲੇਸ਼ਨ ਹਜੇ ਹੋਣੀਆਂ ਆ। ਸੋ ਇਹ ਕੱਟ ਲਾਉਣ ਦੇ ਨਾਲ ਇਹਦੇ ਉੱਤੇ ਵੀ ਸਹਿਮਤੀ ਮਿਲ ਗਈ ਆ। ਫੁੱਲ ਫੰਡਿੰਗ ਜਿਹੜੀ ਮੈਡੀਕਲ ਕੇਅਰ ਦੀ ਜਾਂ ਮਿਲਟਰੀ ਵੈਟਰਨਸ ਦੀ ਆ ਉਹ ਵੀ ਵਧੂਗੀ, ਤੇ ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਇਹ ਚਾਹੁੰਦੇ ਸੀਗੇ। ਸੋ ਹੁਣ ਇਹ ਇੱਕ ਵੱਡਾ ਫੈਸਲਾ ਜਿਹੜਾ ਲਿਆ ਗਿਆ ਆ। ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਧਿਰਾਂ ਦੀ ਸਹਿਮਤੀ ਨਹੀਂ ਸੀ ਹੋ ਰਹੀ, ਕਿਉਂਕਿ 5 ਜੂਨ ਦਾ ਦਿਨ ਬਹੁਤ ਨੇੜੇ ਆ, ਤੇ ਉਹਦੇ ਤੋਂ ਪਹਿਲਾਂ ਇਹਦੇ ਠੀਕ ਠਾਕ ਹੋਣ ਦੇ ਨਾਲ ਜਿੱਥੇ ਅਮਰੀਕਾ ਨੂੰ ਸੁੱਖ ਦਾ ਸਾਹ ਆਇਆ, ਉੱਥੇ ਪੂਰੀ ਦੁਨੀਆ ਨੂੰ ਸੁੱਖ ਦਾ ਸਾਹ ਆਇਆ, ਕਿਉਂਕਿ ਲਗਭਗ ਸਾਰੀ ਦੁਨੀਆ ਦੀ ਇਕੋਨਮੀ ਸਿੱਧੇ ਰੂਪ ਦੇ ਵਿੱਚ ਅਮਰੀਕਾ ਦੀ ਇਕੋਨਮੀ ਦੇ ਨਾਲ ਸੰਬੰਧਿਤ ਮੰਨੀ ਜਾ ਰਹੀ ਹੈ। ਟੈਨੈਸੀ ਨੇ ਇੱਕ ਲਾਅ ਪਾਸ ਕੀਤਾ ਆ ਜਿਹਦੇ ਨਾਲ ਡਰੈਗ ਪਰਫਾਰਮੈਂਸ ਨੂੰ ਉਹਨਾਂ ਨੇ ਰੋਕ ਦਿੱਤਾ, ਰੈਸਟ੍ਰਿਕਟ ਕਰ ਦਿੱਤਾ। ਡਰੈਗ ਪਰਫਾਰਮੈਂਸ ਇੱਕ ਆਰਟ ਆ ਜਿਹਦੇ ਵਿੱਚ ਜਿਹੜਾ ਜੈਂਡਰ ਪਰਫਾਰਮੈਂਸਿਸ ਆ ਜਾਂ ਕ੍ਰਾਸ ਡਰੈਸਿੰਗ ਆ, ਜਾਂ ਇੱਦਾਂ ਕਹਿ ਲਓ ਕਿ ਜਿਹੜੀਆਂ ਕੁੜੀਆਂ ਆ ਉਹ ਮੁੰਡਿਆਂ ਦੇ ਰੋਲ ਦੇ ਵਿੱਚ ਕੁਛ ਨਾ ਕੁਛ ਕਰਦੀਆਂ, ਜਿਹੜੇ ਮੁੰਡੇ ਆ ਉਹ ਕੁੜੀਆਂ ਬਣ ਕੇ ਕੁਛ ਨਾ ਕੁਛ ਉਹ ਪਰਫਾਰਮੈਂਸਿਸ ਕਰਦੇ ਆ ਐਂਟਰਟੇਨ ਕਰਨ ਦੇ ਲਈ, ਲੋਕਾਂ ਦਾ ਮਨੋਰੰਜਨ ਕਰਨ ਦੇ ਲਈ। ਇਹ ਬਿੱਲ ਟੈਨੈਸੀ ਦੇ ਵਿੱਚ ਜਿਹੜਾ ਪਾਸ ਕੀਤਾ ਗਿਆ ਆ, ਜਿਹੜਾ ਇਹਨਾਂ ਨੂੰ ਰੋਕਦਾ ਆ ਵੀ ਤੁਸੀਂ ਇੱਦਾਂ ਨਹੀਂ ਕਰ ਸਕਦੇ। ਇੱਦਾਂ ਦਾ ਹੀ ਇੱਕ ਬਿੱਲ ਇੰਟਰੋਡਿਊਸ ਕੀਤਾ ਗਿਆ ਇੱਦਾਂ ਦੀਆਂ ਟੈਨੈਸੀ ਵਰਗੀਆਂ 14 ਹੋਰ ਸਟੇਟਸ ਦੇ ਵਿੱਚ, ਜਿਨ੍ਹਾਂ ਦੇ ਵਿੱਚ ਇਹ LGBTQ ਲੋਕ ਜਿਹੜੇ ਨੇ ਲਗਭਗ ਉਹਨਾਂ ਦੇ ਵਿਰੋਧ ਦੇ ਵਿੱਚ ਕਿਹਾ ਜਾ ਸਕਦਾ। ਟੈਨੈਸੀ ਦੇ 14 ਹੋਰ ਸਟੇਟਸ ਦੇ ਵਿੱਚ ਜਿਹੜੀ ਜੁਡੀਸ਼ੀਅਲ ਸਿਕਿਉਰਿਟੀ ਆ ਉਹਦੇ ਵਿੱਚ ਇਹ ਦੱਸਿਆ ਗਿਆ, ਤੇ ਇਹਨੂੰ ਡਿਜ਼ਾਈਨ ਇਸ ਤਰੀਕੇ ਦੇ ਨਾਲ ਕੀਤਾ ਗਿਆ ਤਾਂ ਕਿ ਮਾਈਨਰਸ ਨੂੰ ਪ੍ਰੋਟੈਕਟ ਕੀਤਾ ਜਾ ਸਕੇ, ਜਿਹੜੇ ਅਡਲਟ ਨਹੀਂ ਆ ਉਹਨਾਂ ਨੂੰ ਕਿੱਦਾਂ ਬਚਾਇਆ ਜਾ ਸਕੇ। ਹੁਣ ਇਹ ਜਿਹੜਾ ਦੂਜਾ ਇਹ ਕਿਹਾ ਜਾ ਰਿਹਾ ਕਿ ਅਨਕਨਸਟੀਟਿਊਸ਼ਨਲ ਆ, ਜਾਂ ਫਸਟ ਅਮੈਂਡਮੈਂਟ ਨੂੰ ਕਈ ਤਰੀਕਿਆਂ ਦੇ ਨਾਲ ਵਾਇਓਲੇਟ ਕਰਦਾ ਆ। ਜਿਹੜੀ ਆਜ਼ਾਦੀ ਦਾ ਅਧਿਕਾਰ ਆ ਹਰ ਇੱਕ ਵਿਅਕਤੀ ਨੂੰ, ਉਹ ਕੁਛ ਵੀ ਕਰ ਸਕਦਾ, ਉਸ ਅਧਿਕਾਰ ਨੂੰ ਉਹਦੇ ਤੋਂ ਖੋਹਦਾ ਆ। ਤੁਹਾਨੂੰ ਪਤਾ ਕਿ ਅਮਰੀਕਾ ਦੇ ਵਿੱਚ ਜਿਹੜਾ LGBTQ ਮਾਮਲੇ ਦੇ ਉੱਤੇ ਸਪਸ਼ਟ ਦੋ ਧਿਰਾਂ ਨੇ। ਇੱਕ ਧਿਰ ਇਹਨਾਂ ਦੇ ਸਪੋਰਟ ਦੇ ਵਿੱਚ ਆ ਕਿ ਹਾਂਜੀ ਇਹ ਠੀਕ ਠਾਕ ਆ, ਕੋਈ ਟਰਾਂਸਜੈਂਡਰ ਹੋ ਸਕਦਾ, ਉਹ ਐਕਸਪ੍ਰੈਸ ਕਰ ਸਕਦਾ, ਇੱਕ ਉਮਰ ਤੋਂ ਥੱਲੇ ਵੀ ਉਹ ਆਪਣਾ ਸੈਕਸ ਚੇਂਜ ਕਰ ਸਕਦੇ ਆ, ਡਰੈਗ ਪਰਫਾਰਮੈਂਸਿਸ ਹੋ ਸਕਦੀਆਂ। ਇੱਕ ਦੂਜੀ ਧਿਰ ਆ ਜਿਹੜੀ ਇਹਦਾ ਵਿਰੋਧ ਕਰਦੀ ਹੈ ਕਿ ਬੰਦੇ ਨੂੰ ਕੁਦਰਤੀ ਜੋ ਕੁਛ ਉਹ ਹੈਗਾ ਉੱਦਾਂ ਹੀ ਰਹਿਣਾ ਚਾਹੀਦਾ, ਕੁੜੀ ਹੈ ਤਾਂ ਕੁੜੀ ਰਵੇ, ਮੁੰਡਾ ਹੈ ਤਾਂ ਮੁੰਡਾ ਰਵੇ, ਉਹਨੇ ਉਸ ਹਿਸਾਬ ਦੇ ਨਾਲ ਪਰਫਾਰਮੈਂਸ ਕਰੇ, ਐਂਟਰਟੇਨਮੈਂਟ ਕਰੇ ਅਤੇ ਆਰਟ ਦੇ ਵਿੱਚ ਆਵੇ। ਹੁਣ ਇਹਨਾਂ ਸਟੇਟਾਂ ਦੇ ਵਿੱਚ ਇਸ ਨਿਯਮ ਤੋਂ ਬਾਅਦ, ਕਿਉਂਕਿ ਜਿਹੜਾ ਪ੍ਰਾਈਡ ਮੰਥ ਆ ਉਹ ਵੀ ਥੋੜ੍ਹਾ ਦਿਨ ਹੀ ਰਹਿ ਗਏ ਉਹਦੇ ਵੀ ਆਉਣ ਦੇ ਵਿੱਚ, ਉਸ ਵੇਲੇ ਫਿਰ ਇਹ ਡਰ ਇਹਨਾਂ ਦੇ ਵਿੱਚ LGBTQ ਕਮਿਊਨਿਟੀ ਦੇ ਵਿੱਚ ਪਾਇਆ ਜਾ ਰਿਹਾ ਕਿ ਜਿਨ੍ਹਾਂ ਸਟੇਟਾਂ ਦੇ ਵਿੱਚ ਸਾਡੇ ਖਿਲਾਫ ਕਾਨੂੰਨ ਪਾਸ ਕੀਤੇ ਆ ਉਹਨਾਂ ਦੇ ਵਿੱਚ ਸਾਡਾ ਕੀ ਬਣੂਗਾ, ਖਾਸ ਕਰ ਜਿਹੜੀਆਂ ਡਰੈਗ ਪਰਫਾਰਮੈਂਸਿਸ ਨੇ, ਭਾਵ ਜਿੱਥੇ ਜਿਹੜਾ ਜੈਂਡਰ ਚੇਂਜ ਕਰਕੇ ਕਹਿ ਲਓ ਉਹ ਜਿਹੜੀਆਂ ਪਰਫਾਰਮੈਂਸਿਸ ਕੀਤੀਆਂ ਜਾਂਦੀਆਂ। ਜਿਹੜਾ ਟੈਨੈਂਸੀ ਦਾ ਲਾਅ ਆ ਉਹ ਇੱਕ ਤਰੀਕੇ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਦਾ, ਕਿ ਜਿਹੜੀ ਵਾਇਓਲੇਟ ਕਰਦਾ ਆ ਜਿਹੜੀ ਫਰੀ ਸਪੀਚ, ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਕਹਿੰਦੀ ਆ ਉਹਦੇ ਹਿਸਾਬ ਦੇ ਨਾਲ ਉਹਨੂੰ ਵਾਇਓਲੇਟ ਕਰਦਾ ਹੈ। ਟੈਨੈਂਸੀ ਲਾਅ ਇੱਕ ਹੋਰ ਬੈਨ ਐਕਸਟੈਂਡ ਕਰਦਾ ਆ ਕਿ ਜਿਹੜੀਆਂ ਅਡਲਟ ਕੈਬਨਟ ਪਰਫਾਰਮੈਂਸਿਸ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਮਾਈਨਰਸ ਉਹਨਾਂ ਨੂੰ ਦੇਖਦੇ ਆ, ਜਿਹੜਾ ਮੇਲ ਜਾਂ ਫੀਮੇਲ ਜੋ ਕੁਛ ਵੀ ਉਹ ਹੈਗਾ ਆ। ਦੂਜੇ ਜਿਹੜੀਆਂ ਇਹ ਪਰਫਾਰਮੈਂਸਿਸ ਨੇ ਉੱਥੇ ਇਹ ਦੱਸਿਆ ਗਿਆ ਜਿਹੜੀਆਂ ਟੌਪਲੈਸ ਡਾਂਸਰਸ ਨੇ, ਗੋ ਡਾਂਸਰਸ ਨੇ, ਐਗਜ਼ੋਟਿਕ ਡਾਂਸਰਸ ਨੇ, ਜਾਂ ਜਿਹੜੇ ਸਟ੍ਰਿਪਰਸ ਨੇ, ਇਹ ਕਈ ਕਿਸਮ ਦੇ ਮਨੋਰੰਜਨ ਦੇ ਸਾਧਨ ਅੱਜ ਦੇ ਜ਼ਮਾਨੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਦੱਸੇ ਜਾ ਰਹੇ ਆ। ਉਹਨਾਂ ਨੂੰ ਕਈ ਥਾਵਾਂ ਦੇ ਉੱਤੇ ਸੰਵਿਧਾਨ ਰੋਕ ਰਿਹਾ ਹੈ, ਅਤੇ ਜਿੱਥੇ ਜਿੱਥੇ ਰੋਕ ਰਿਹਾ ਉੱਥੇ ਉੱਥੇ ਹੁਣ ਇਹਨਾਂ ਦੇ ਲਈ ਸੰਕਟ ਆ ਵੀ ਅਸੀਂ ਕੀ ਕਰਾਂਗੇ। ਕਿਹੜੀ ਹੁਣ ਇਸ ਗੱਲ ਬਾਰੇ ਵੀ ਡਿਬੇਟ ਆ ਕਿ ਕੀ ਇਹ ਕਨਸਟੀਟਿਊਸ਼ਨਲ ਆ ਜਾਂ ਇਹ ਕਨਸਟੀਟਿਊਸ਼ਨਲ ਨਹੀਂ ਆ, ਕਿ
ਇੱਕ ਕਾਨੂੰਨ ਦੇ ਵਿੱਚ ਆ ਕਿ ਕੋਈ ਸਟੇਟ ਇਹ ਕਹਿੰਦੀ ਆ ਕਿ ਜਿਹੜੀਆਂ ਸੈਕਸ਼ੁਅਲਾਈਜ਼ਡ ਪਰਫਾਰਮੈਂਸਿਸ ਆ ਇਹ ਦੂਜੀਆਂ ਥਾਵਾਂ 'ਤੇ ਹੋਣੀਆਂ ਚਾਹੀਦੀਆਂ ਜਿੱਥੇ ਮਾਈਨਰ ਨਹੀਂ ਹੈ, ਘੱਟੋ ਘੱਟ ਉੱਥੇ ਅਲਾਓ ਕਰ ਦਿਓ। ਫਸਟ ਅਮੈਂਡਮੈਂਟ ਕੀ ਕਹਿੰਦੀ ਆ? ਦੂਜੀ ਗੱਲ ਇਹ ਆ ਕਿ ਫਸਟ ਅਮੈਂਡਮੈਂਟ ਅਲਾਓ ਨਹੀਂ ਕਰਦੀ ਕਿ ਤੁਸੀਂ ਕਿਸੇ ਨੂੰ ਇਸ ਤਰੀਕੇ ਦੇ ਨਾਲ ਬੈਨ ਕਰ ਦਿਓ। ਡਾਂਸਸ ਜਿਹਦੇ ਵਿੱਚ ਮਤਲਬ ਲਗਭਗ ਨਗਨ ਡਾਂਸਸ ਵੀ ਕਹਿ ਲਓ ਤੁਸੀਂ, ਜਾਂ ਜਿਹੜੇ ਕਾਮੁਕ ਡਾਂਸਸ ਵੀ ਕਹਿ ਲਓ, ਉਹ ਕਿਸ ਤਰ੍ਹਾਂ ਦਾ ਕੋਰਟ ਉਹਨੂੰ ਕਿਸ ਤਰੀਕੇ ਦੇ ਨਾਲ ਦੇਖਦੀ ਹੈ, ਕੀ ਉਹਨੂੰ ਫਾਰਮ ਆਫ ਸਪੀਚ ਦੇਖਦੀ ਹੈ ਜਾਂ ਉਹਨੂੰ ਵੱਖਰੇ ਤਰੀਕੇ ਦੇ ਨਾਲ ਦੇਖਦੀ ਹੈ। ਇਹ ਵੀ ਬਹੁਤ ਵੱਡਾ ਮੁੱਦਾ। ਟੈਨੈਂਸੀ ਤੇ ਇਹਦੇ ਵਰਗੀਆਂ 14 ਸਟੇਟਸ ਦੇ ਵਿੱਚ ਇਹ ਲੋਕ ਇਸ ਵੇਲੇ ਥੋੜ੍ਹੇ ਜਿਹੇ ਸੰਕਟ ਦੇ ਵਿੱਚ ਨੇ ਕਿ ਇਹਨਾਂ ਜਿਹੜੀਆਂ ਡਰੈਗ ਪਰਫਾਰਮੈਂਸ ਨੇ ਇਹਨਾਂ ਦਾ ਕੀ ਬਣੂਗਾ, ਅਤੇ ਇਹ ਕੀ ਹੁਣ ਜਦੋਂ ਜਿਹੜਾ ਇਹ ਪ੍ਰਾਈਡ ਮੰਥ ਨੇੜੇ ਆਉਣ ਵਾਲਾ ਆ, ਇਹਨਾਂ ਲੋਕਾਂ ਦੇ ਲਈ ਜਿਹੜਾ ਕੀਤਾ ਜਾਂਦਾ ਹੈ ਜਾਂ ਇਹਨਾਂ ਲੋਕਾਂ ਨੂੰ ਰੈਕੋਗਨਾਈਜ਼ ਕਰਨ ਦੇ ਲਈ ਉਹਨਾਂ ਨੂੰ ਵੀ ਸਮਾਜ ਦਾ ਇੱਕ ਹਿੱਸਾ ਮੰਨ ਕੇ ਅਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਟਰੀਟ ਕਰਨ ਵਾਲਾ ਮਹੀਨਾ ਆ, ਉਸੇ ਸੰਬੰਧ ਦੇ ਵਿੱਚ ਹੁਣ ਇਹ ਇੱਕ ਜਿਹੜੀ ਅਨਿਸ਼ਚਿਤਤਾ ਆ ਉਹ ਬਰਕਰਾਰ ਆ। US ਅਤੇ ਮੈਕਸੀਕੋ ਦੀਆਂ ਅਥਾਰਟੀਜ਼ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਬੇਨਤੀ ਕੀਤੀ ਆ ਕਿ ਪਬਲਿਕ ਹੈਲਥ ਐਮਰਜੈਂਸੀ ਡਿਕਲੇਅਰ ਕਰ ਦੇਵੇ। ਇੱਕ ਫੰਗਸ ਆਊਟਬ੍ਰੇਕ ਹੋਈ ਆ ਕਾਸਮੈਟਿਕ ਆਪਰੇਸ਼ਨਸ ਦੇ ਨਾਲ ਸੰਬੰਧਿਤ ਮੈਕਸੀਕੋ ਦੇ ਵਿੱਚ। ਫੰਗਸ ਉੱਲੀ ਨੂੰ ਕਹਿੰਦੇ ਆ, ਬੜੇ ਸੂਖਮ ਜੀਵ ਹੁੰਦੇ ਆ ਜਿਹੜੇ ਇਨਫੈਕਸ਼ਨ ਪੈਦਾ ਕਰਦੇ ਆ, ਨੰਗੀ ਅੱਖ ਦੇ ਨਾਲ ਦੇਖੇ ਵੀ ਨਹੀਂ ਜਾ ਸਕਦੇ। ਇਹ ਇਨਫੈਕਸ਼ਨ US ਅਤੇ ਮੈਕਸੀਕੋ ਦੋਵਾਂ ਥਾਵਾਂ ਦੇ ਉੱਤੇ ਹੋ ਰਹੀ ਆ। ਕੁਝ ਜਿਹੜੀਆਂ ਕਾਸਮੈਟਿਕ ਆਪਰੇਸ਼ਨਸ ਨੇ, ਆਪਾਂ ਅੱਗੇ ਚੱਲ ਕੇ ਇਹਦੀ ਗੱਲ ਕਰਾਂਗੇ, ਜਿਹੜੇ ਲੋਕ ਉਹ ਖਾਸ ਤੌਰ ਦੇ ਉੱਤੇ ਕਰਾਉਣ ਜਾਂਦੇ ਉਹਨਾਂ ਨੂੰ ਹੋ ਰਹੀ ਆ। ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਿਹਾ 2 ਲੋਕ ਜਿਨ੍ਹਾਂ ਦੀਆਂ ਸਰਜਰੀਜ਼ ਹੋਈਆਂ ਔਰ ਉਹਦੇ ਵਿੱਚ ਐਪੀਡਿਊਰਲ ਐਨਸਥੀਸੀਆ ਦਿੱਤਾ ਗਿਆ, ਉਹ ਮੈਨਿੰਗਟਿਸ ਤੋਂ ਮੌਤ ਹੋ ਗਈ ਹੈ। ਇੱਕ ਬਿਮਾਰੀ ਮੈਨਿੰਗਟਿਸ, ਉਸ ਬਿਮਾਰੀ ਤੋਂ ਇਹਨਾਂ ਦੀ ਮੌਤ ਹੋ ਗਈ ਹੈ। 400 ਦੇ ਕਰੀਬ ਲੋਕ ਅਮਰੀਕਾ ਦੇ ਮੈਕਸੀਕੋ ਦੇ ਵਿੱਚ ਮੋਨੀਟਰ ਕੀਤੇ ਗਏ ਆ ਜਿਨ੍ਹਾਂ ਨੂੰ ਇਹ ਬਿਮਾਰੀ ਲੱਗ ਗਈ ਹੈ। ਮਾਮਲਾ ਕੀ ਆ? ਮੈਕਸੀਕੋ ਦਾ ਸ਼ਹਿਰ ਆ ਮੈਟਾਮੋਸ, ਉੱਥੇ ਇਹ ਜ਼ਿਆਦਾਤਰ ਸਰਜਰੀਜ਼ ਕੀਤੀਆਂ ਜਾਂਦੀਆਂ। ਅਮਰੀਕਾ ਅਤੇ ਮੈਕਸੀਕੋ ਦੋਵਾਂ ਵਿੱਚ ਲੋਕਾਂ ਨੂੰ ਕਿਹਾ ਗਿਆ ਕਿ ਉਹ ਸਰਜਰੀਜ਼ ਜਿਹਦੇ ਵਿੱਚ ਐਪੀਡਿਊਰਲ ਐਨਸਥੀਸੀਆ ਇਨਵੋਲਵ ਸੀਗਾ, ਚਾਹੇ ਉਹਨਾਂ ਨੇ ਜਿਹੜੀ ਰਿਵਰਸਾਈਡ ਸਰਜੀਕਲ ਸੈਂਟਰ ਜਾਂ ਜਿਹੜੀ ਇੱਕ K3 ਤੋਂ ਉਹਨਾਂ ਨੇ ਕਰਾਈ ਹੈ ਜਨਵਰੀ ਤੋਂ ਬਾਅਦ, ਉਹਨਾਂ ਨੂੰ ਵੈਲੂਏਟ ਕਰਨਾ ਚਾਹੀਦਾ, ਭਾਵੇਂ ਕਿ ਇਸ ਵੇਲੇ ਉਹ ਏਸਿਮਟੋਮੈਟਿਕ ਨੇ। ਮਾਮਲਾ ਕੀ ਆ? ਜਦੋਂ ਬੰਦੇ ਨੂੰ ਸਰਜਰੀ ਕਰਦੇ ਕਿਸੇ ਕਿਸਮ ਦੀ ਵੀ, ਉਹਨੂੰ ਉਹ ਟੀਕਾ ਲਾਉਂਦੇ ਜਿਹੜਾ ਸੁੰਨ ਕਰਦਾ, ਉਹਨੂੰ ਸੁੰਨ ਕਰ ਦਿੰਦਾ, ਐਨਸਥੀਸੀਆ ਦਿੱਤਾ ਜਾਂਦਾ। ਉਹ ਕਈ ਤਰੀਕੇ ਨਾਲ ਦਿੱਤਾ ਜਾਂਦਾ, ਅਤੇ ਇੱਕ ਜਿਹੜਾ ਐਪੀਡਿਊਰਲ ਆ ਉਹ ਉਹਦਾ ਤਰੀਕਾ ਆ ਇੱਕ ਦੇਣ ਦਾ, ਅਤੇ ਉਹ ਜਿਨ੍ਹਾਂ ਲੋਕਾਂ ਨੂੰ ਉਸ ਤਰੀਕੇ ਨਾਲ ਸਰੀਰ ਸੁੰਨ ਕੀਤਾ ਗਿਆ ਉਹਨਾਂ ਦੇ ਅੰਦਰ ਇਨਫੈਕਸ਼ਨ ਹੋ ਰਹੀ ਹੈ, ਅਤੇ ਉਹ ਇੱਕ ਜਿਹੜੀ ਫੰਗਸ ਆ ਜਿਹਦੇ ਕਰਕੇ ਇਨਫੈਕਸ਼ਨ ਹੋ ਰਹੀ ਹੈ। ਅਮਰੀਕਾ ਦੇ ਕਈ ਲੋਕ ਟਰੈਵਲ ਕਰਦੇ ਆ ਮੈਕਸੀਕੋ ਦੇ ਵਿੱਚ, ਉੱਥੇ ਇੱਕ ਪ੍ਰੋਸੀਜਰ ਕਰਵਾਉਂਦੇ ਆ, ਲਿਪੋਸਕਸ਼ਨ ਕਰਾਉਂਦੇ ਆ, ਜਿਹੜੀ ਬ੍ਰੈਸਟ ਐਗਮੈਂਟੇਸ਼ਨ ਕਰਾਉਂਦੇ ਆ, ਬ੍ਰਾਜ਼ੀਲੀਅਨ ਬੱਟ ਲਿਫਟਸ ਕਰਾਉਂਦੇ ਆ, ਜਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਕਰਾਉਂਦੇ। ਇਹਨਾਂ ਸਾਰਿਆਂ ਦੇ ਲਈ ਐਨਸਥੀਸੀਆ ਦੇਣਾ ਪੈਂਦਾ। ਜਿਹੜੀ ਰੀੜ੍ਹ ਦੀ ਹੱਡੀ ਦੇ ਵਿੱਚ ਆਮ ਤੌਰ 'ਤੇ ਇੱਕ ਟੀਕਾ ਲੱਗਦਾ ਆ, ਜਾਂ ਇਹਦੇ ਵਿੱਚੋਂ ਬਰੀਕ ਜੀ ਨਾਲੀ ਪਾ ਦਿੰਦੇ ਅਤੇ ਉਹਦੇ ਰਾਹੀਂ ਫਿਰ ਉਹ ਬਾਹਰੋਂ ਅੰਦਰ ਭੇਜਦੇ ਰਹਿੰਦੇ, ਅਤੇ ਉਹਦੇ ਨਾਲ ਜਿਹੜਾ ਪਾਰਟ ਉਹ ਚਾਹੁੰਦੇ ਆ ਉਹਨੂੰ ਸੁੰਨ ਕਰ ਦਿੰਦੇ ਆ। ਉਹ ਜਿਹੜਾ ਹੁਣ ਬੇਹੋਸ਼ ਕਰਨ ਵਾਲੀ ਦਵਾਈ ਰੀੜ੍ਹ ਦੀ ਹੱਡੀ ਦੇ ਵਿੱਚ ਟੀਕਾ ਲੱਗਦਾ ਆ, ਉਹਦੇ 'ਚ ਕੋਈ ਦਿੱਕਤ ਆ ਗਈ ਆ ਤਾਂ ਉਹਦੇ ਨਾਲ ਕਹਿੰਦੇ ਇਨਫੈਕਸ਼ਨ ਹੋ ਰਹੀ ਹੈ। ਇਸ ਕਰਕੇ ਕਿਹਾ ਵੀ ਜਿਹਨਾਂ ਨੇ ਜਨਵਰੀ ਤੋਂ ਬਾਅਦ ਕਿਸੇ ਨੇ ਵੀ ਇਹ ਸਰਜਰੀ ਕਿਸੇ ਤਰ੍ਹਾਂ ਦੀ ਕਰਾਈ ਆ, ਉਹ ਇੱਥੇ ਆ ਜਾਣ ਅਤੇ ਉਹਨਾਂ ਨੂੰ ਵੈਲੂਏਟ ਕਰਨਾ ਚਾਹੀਦਾ। ਹੋ ਸਕਦਾ ਇਸ ਵੇਲੇ ਉਹਨਾਂ ਨੂੰ ਇਹਦੇ ਇਨਫੈਕਸ਼ਨ ਦੇ ਲੱਛਣ ਨਹੀਂ ਨਜ਼ਰ ਆ ਰਹੇ, ਪਰ ਬਾਅਦ ਦੇ ਵਿੱਚ ਆ ਜਾਣਗੇ। ਆਮ ਤੌਰ ਦੇ ਉੱਤੇ ਇਹ ਜਦੋਂ ਬੱਚੇ ਦਾ ਬਰਥ ਹੁੰਦਾ, ਉਹਦੇ ਨਾਲ ਸਜ਼ੇਰੀਅਨ ਬਰਥ ਹੁੰਦੇ ਆ, ਸੀ ਸੈਕਸ਼ਨ ਦੇ ਨਾਲ, ਉਹਨਾਂ ਨੂੰ ਇਹ ਜਿਹੜੇ ਦਿੱਤੇ ਜਾਂਦੇ ਆ, ਅਤੇ ਉੱਥੇ ਵੀ ਕਈ ਵਾਰੀ ਇਹ ਹੋ ਜਾਂਦੀ ਆ। ਮੈਕਸੀਕੋ ਅਤੇ ਇਹਨਾਂ ਥਾਵਾਂ ਦੇ ਉੱਤੇ ਇਨਫੈਕਸ਼ਨ ਇਸ ਵੇਲੇ ਕਾਫੀ ਜ਼ਿਆਦਾ ਹੋ ਰਹੀ ਆ। ਸੋ ਇਹ ਜਿਹੜੇ, ਕਿਉਂਕਿ ਮੈਕਸੀਕੋ ਦੇ ਵਿੱਚ ਇਹ ਸਰਜਰੀ ਕਰਾਉਣੀ ਸਸਤੀ ਆ, ਇਸ ਕਰਕੇ ਅਮਰੀਕਾ ਤੋਂ ਕਈ ਜਿਹੜੇ ਆ ਪਤਲੇ ਹੋਣ ਵਾਲੀ ਜਾਂ ਹੁੰਦੀ ਨਾ, ਲਿਪੋਸਕਸ਼ਨ ਕਹਿੰਦੇ ਇੱਕ ਸਰਜਰੀ, ਜਿਹੜੀ ਇਹਨਾਂ ਨੇ ਰਿਪੋਰਟ ਦੇ ਵਿੱਚ ਕਿਹਾ। ਲਿਪੋਸਕਸ਼ਨ ਕੀ ਹੈ? ਇੱਕ ਪ੍ਰੋਸੀਜਰ ਆ ਕਿ ਤੁਹਾਡੀ ਜਿਹੜੀ ਕਿਸੇ ਖਾਸ, ਮੰਨ ਲਓ ਢਿੱਡ ਦੇ ਆਲੇ ਦੁਆਲੇ ਫੈਟ ਜ਼ਿਆਦਾ ਜਮ੍ਹਾਂ ਹੋਈ ਆ, ਲਿਪੋਸਕਸ਼ਨ ਦੇ ਨਾਲ ਉਹ ਫੈਟ ਨੂੰ ਬਾਹਰ ਕੱਢ ਦਿੰਦੇ ਆ ਤਾਂ ਕਿ ਤੁਹਾਡੀ ਬੋਡੀ ਜਿਹੜੀ ਆ ਠੀਕ ਠਾਕ ਹੋ ਜਾਵੇ। ਇਸੇ ਤਰ੍ਹਾਂ ਹੀ ਜਿਹੜੀ ਇੱਕ ਛੋਟਾ ਜਿਹਾ ਨਾ ਉਹਦੇ ਵਿੱਚ ਕੱਟ ਲਾ ਕੇ ਅਤੇ ਉਸ ਤੋਂ ਬਾਅਦ ਉੱਥੋਂ ਟਾਰਗੇਟਡ ਸੈੱਲ ਜਿਹੜੇ ਆ ਉਹਨੂੰ ਕੀਤੇ ਜਾਂਦੇ। ਇਹਨੂੰ ਵੇਟ ਲੋਸ ਦਾ ਸੋਲੂਸ਼ਨ ਤਾਂ ਨਹੀਂ ਕਿਹਾ ਜਾਂਦਾ, ਪਰ ਲੋਕ ਬਹੁਤ ਸਾਰੇ ਕਰਵਾਉਂਦੇ ਆ। ਹੁਣ ਇਹਦੇ ਤੇ ਵਿੱਚ ਵੀ ਇਹ ਸਮੱਸਿਆ ਆ ਰਹੀ ਹੈ ਜਿਨ੍ਹਾਂ ਨੇ ਇਹ ਜਿਹੜੀ ਚੀਜ਼ ਕਰਵਾਈ ਆ। ਫਿਰ ਜਿਹੜੀ ਬ੍ਰੈਸਟ ਐਗਮੈਂਟੇਸ਼ਨ ਆ, ਇਹ ਵੀ ਇੱਕ ਸਰਜੀਕਲ ਪ੍ਰੋਸੀਜਰ ਆ, ਵੱਖਰੇ ਤਰੀਕੇ ਦੇ ਨਾਲ ਇਹਨੂੰ, ਇਹਦੀਆਂ ਜਿਹੜੀਆਂ
ਜਿਹੜੀ ਇਹਦੀਆਂ ਸ਼ੇਪਸ ਜਾਂ ਇਹਨੂੰ ਕਿਸੇ ਚੀਜ਼ ਨਾਲ ਠੀਕ ਠਾਕ ਕਰਨ ਦੇ ਲਈ ਕੀਤੀ ਜਾਂਦੀ, ਉਹਦੇ ਲਈ ਵੀ ਇਹਦੀ ਅਨੈਸਥੀਸੀਆ ਦੀ ਲੋੜ ਆ। ਇਸੇ ਤਰ੍ਹਾਂ ਬ੍ਰਾਜ਼ੀਲੀਅਨ ਬੱਟ ਲਿਫਟਸ ਆ, ਇੱਕ ਇਹਨੂੰ BBL ਕਹਿੰਦੇ ਆ। ਇਹ ਵੀ ਕਾਸਮੈਟਿਕ ਪ੍ਰੋਸੀਜਰ ਆ ਜਿਹੜਾ ਤੁਹਾਡੇ ਬਾਡੀ ਦੇ ਜਿਹੜੇ ਖਾਸ ਇੱਕ ਹੈਗੇ ਪਾਰਟ ਉਹਨਾਂ ਦੀ ਸ਼ੇਪ ਨੂੰ ਚੇਂਜ ਕਰ ਦਿੰਦਾ ਆ, ਜਿਹਦੇ ਵਿੱਚ ਉਹਨਾਂ ਏਰੀਆਜ਼ ਤੋਂ ਕੁਝ ਤੋਂ ਫੈਟ ਰਿਮੂਵ ਕਰਨੀ ਜਾਂ ਹੋਰ ਤਰੀਕੇ ਦੇ ਨਾਲ ਉਹ ਵੀ ਕੀਤਾ ਜਾਂਦਾ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੀ ਜਿਹੜੀ ਇਹ ਅਨੈਸਥੀਸੀਆ ਦੇਣਾ ਪੈਂਦਾ। ਬੇਹੋਸ਼ ਕਰਨ ਦੇ ਲਈ ਬੰਦੇ ਦੀ ਜਿਹੜੀ ਰੀੜ੍ਹ ਦੀ ਹੱਡੀ ਆ ਉਹਦੇ ਵਿੱਚ ਟੀਕਾ ਲਾਉਣਾ ਪੈਂਦਾ। ਉਹੀ ਟੀਕਾ ਜਿਹੜਾ ਜਦੋਂ C-ਸੈਕਸ਼ਨ ਹੁੰਦਾ, ਆਪਰੇਸ਼ਨ ਨਾਲ ਨਿਆਣਾ ਹੁੰਦਾ ਤਾਂ ਉਸ ਵੇਲੇ ਔਰਤਾਂ ਦੇ ਲਾਇਆ ਜਾਂਦਾ। ਇਹਦੇ ਨਾਲ ਕਹਿੰਦੇ ਇੱਕ ਫੰਗਲ ਇਨਫੈਕਸ਼ਨ ਹੋ ਗਈ ਆ। ਮੈਕਸੀਕੋ ਦੇ ਵਿੱਚ ਲੋਕ ਆਮ ਤੌਰ 'ਤੇ ਜਾਂਦੇ ਆ, ਸਸਤੀ ਸਰਜਰੀ ਹੋਣ ਕਰਕੇ ਉਹਨਾਂ ਨੂੰ ਆਪਣਾ ਖਿਆਲ ਰੱਖਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਕੱਲ ਦੇ ਨਵੇਂ ਤਾਜ਼ੇ ਮਸਲਿਆਂ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।